ਸਤਨਾਮ ਵਾਹਿਗੁਰੂ ਸਾਹਿਬ ਜੀ। ਜਿਹ ਸਤਿਗੁਰ ਸਿਮਰੰਤਾ ਨੈਣ ਕੇ ਤਿਮਰ ਮਿਟਹਿ ਖਿਨਾ। ਜਿਹ ਸਤਿਗੁਰ ਸਿਮਰੰਥਾ ਹਿਰਦੈ ਹਰਿ ਨਾਮ ਦਿਨੋ ਦਿਨ। ਜਿਹ ਸਤਿਗੁਰ ਸਿਮਰੰਥਾ ਜੀਅ ਕੀ ਤਪਤ ਮਿਟਾਵੈ। ਜਿਹ ਸਤਿਗੁਰ ਸਿਮਰੰਥਾ ਰਿੱਧ ਸਿੱਧ ਨਵ ਨਿਧ ਪਾਵੈ। ਸੋਈ ਰਾਮਦਾਸ ਗੁਰ ਬਲ ਭਾਣ ਮਿਲ ਸੰਗਤ ਧਨ ਧਨ ਕਰੋ। ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰੋ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸ਼ਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਜਪ ਗੋਬਿੰਦ ਗੋਪਾਲ ਲਾਲ। ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਾਕਾਲ। ਜਪ ਗੋਬਿੰਦ ਗੋਪਾਲ ਲਾਲ। ਰਾਮ ਨਾਮ ਸਿਮਰ ਤੂੰ ਜੀਵਹਿ ਫਿਰ ਨਾ ਖਾਈ ਮਹਾਕਾਲ। ਰਹਾਉ ਕੋਟ ਜਨਮ ਭ੍ਰਮ 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 ਆਇਓ। ਵੱਡਾ ਭਾਗ ਸਾਧ ਸੰਗ ਪਾਇਓ। ਬਿਨ ਗੁਰ ਪੂਰੇ ਨਾਹੀ ਉਧਾਰ। ਬਾਬਾ ਨਾਨਕ ਆਖੈ ਇਹੋ ਵਿਚਾਰ। ਬਿਨ ਗੁਰ ਪੂਰੇ ਨਾਹੀ ਉਧਾਰ। ਬਾਬਾ ਨਾਨਕ ਆਖੈ ਇਹੋ ਵਿਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਇਮਾਨ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ
ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਸੁਭਾਈਮਾਨ ਆਦਰਯੋਗ ਸਨਮਾਨਯੋਗ ਸਤਸੰਗੀ ਜਨੋ ਵਡਭਾਗੇ ਹੋ। ਗੁਰੂ ਆਸੀਸ ਤੇ ਪਾਤਰ ਹੋ। ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਆਸਾ ਕੀ ਵਾਰ ਦੇ ਕੀਰਤਨ ਨੂੰ ਸਰਵਨ ਕਰ ਰਹੇ ਸੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਤੇ ਮਿਹਰਮਤ ਕੀਤੀ ਹੈ। ਸੱਚਖੰਡ ਸ੍ਰੀ ਦਰਬਾਰ ਸਾਹਿਬ ਧੰਨ ਗੁਰੂ ਰਾਮਦਾਸ ਸੋਢੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸੁਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਹੁਕਮਨਾਮੇ ਦੇ ਰੂਪ ਵਿੱਚ ਸਤਿਗੁਰਾਂ ਨੇ ਜੋ ਆਸੀਸ ਅੱਜ ਸਾਡੀ ਝੋਲੀ ਵਿੱਚ ਪਾਈ ਹੈ। ਆਪ ਜੀ ਨੇ ਪਾਵਨ ਸ਼ਬਦ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਜੀ ਦੇ ਪਾਸੋਂ ਸਰਵਨ ਕੀਤਾ ਹੈ। ਆਓ ਭਾਗਾਂ ਵਾਲਿਓ, ਇਸ ਪਾਵਨ ਬਚਨ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਜਿੱਥੇ ਅੱਜ ਆਪਾਂ ਪਾਵਨ ਹੁਕਮ ਦੀ ਵਿਚਾਰ ਨਾਲ ਜੁੜਨਾ ਹੈ, ਅੱਜ ਸਾਹਿਬ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਵੀ ਹੈ। ਸੋ ਯਤਨ ਕਰਾਂਗਾ ਆਪ ਜੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਜੀਵਨ ਦੀ ਸਾਂਝ ਕਰ ਸਕਾਂ। ਵਿਚਾਰਕ ਕਰਮਤਾ ਤੋਂ ਪਹਿਲਾਂ ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰ ਹਨ ਅਤੇ ਲਾਈਵ ਟੈਲੀਕਾਸਟ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਜੁੜ ਕਰਕੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਲਾਹਾ ਪ੍ਰਾਪਤ ਕਰ ਰਹੀਆਂ ਹਨ, ਸਮੂਹ ਸੰਗਤ ਦਾ ਆਸੀਸ ਬਖਸ਼ੋ। ਆਪਣੀ ਅਤੇ ਦਾਸਰੇ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਸਤਿਗੁਰੂ ਕਿਰਪਾ ਕਰਨ, ਆਪ ਰਹਿਮਤ ਕਰਕੇ ਇਹ ਸੇਵਾ ਲੈ ਲੈਣ। ਬਖਸ਼ੋ ਆਸੀਸ, ਪਰਵਾਨੋ ਫਤਿਹ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਜਪ ਗੋਬਿੰਦ ਗੋਪਾਲ ਲਾਲ। ਇਹ ਮੁਬਾਰਕ ਬਚਨ ਰਾਮਕਲੀ ਰਾਗ ਦੇ ਅੰਦਰ ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 885 ਤੇ ਸੁਭਾਈਮਾਨ ਹੈ। ਅੱਜ ਦੇ ਇਸ ਪਾਵਨ ਬਚਨ ਦੇ ਅੰਦਰ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਪ੍ਰੇਰਨਾ ਬਖਸ਼ਿਸ਼ ਕੀਤੀ ਹੈ ਕਿ ਹੇ ਭਾਈ, ਤੂੰ ਉਸ ਮਾਲਕ ਵਾਹਿਗੁਰੂ ਦਾ ਨਾਮ ਜਪ ਜਿਹੜਾ ਸਾਰੀ ਕਾਇਨਾਤ ਦਾ ਮਾਲਕ ਹੈ। ਜਦੋਂ ਉਸ ਮਾਲਕ ਵਾਹਿਗੁਰੂ ਦਾ ਨਾਮ ਜਪੇਂਗਾ ਤੂੰ ਆਤਮਿਕ ਤੌਰ ਤੇ ਜਿਉਂਦਾ ਰਹੇਂਗਾ। ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਨਾਲ, ਬਾਣੀ ਨਾਲ ਜੁੜਨ ਦੇ ਨਾਲ ਤੇਰੀ ਆਤਮਿਕ ਮੌਤ ਨਹੀਂ ਹੋਵੇਗੀ। ਜਿਹੜਾ ਤੈਨੂੰ ਇਹ ਮਨੁੱਖਾ ਜਾਮਾ ਮਿਲਿਆ, ਇਹ ਬੜਾ ਔਖਾ ਮਿਲਿਆ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਔਰ ਇਹਨੂੰ ਸਫਲ ਕਰਨ ਵਾਸਤੇ ਗੁਰੂ ਸੰਗਤ ਵਿੱਚ ਆ, ਪੂਰੇ ਗੁਰੂ ਦੇ ਲੜ ਲੱਗ। ਜੇ ਪੂਰੇ ਗੁਰੂ ਦੇ ਲੜ ਲੱਗ ਕੇ ਸੰਗਤ ਵਿੱਚ ਬੈਠ ਕੇ ਬਾਣੀ ਨੂੰ ਜਪੇਂਗਾ ਤੇ ਮਾਲਕ ਵਾਹਿਗੁਰੂ ਦੀ ਰਹਿਮਤ ਦੇ ਨਾਲ ਤੇਰਾ ਸੰਸਾਰ ਤੇ ਆਇਆ ਸਫਲਾ ਹੋਵੇਗਾ। ਇਹ ਅੱਜ ਦੇ ਪਾਵਨ ਸ਼ਬਦ ਦਾ ਕੇਂਦਰੀ ਭਾਵ ਹੈ। ਸਤਿਗੁਰੂ ਮਹਾਰਾਜ ਜੀ ਨੇ ਆਰੰਭਲੇ ਬੰਦ ਵਿੱਚ ਬਖਸ਼ਿਸ਼ ਕੀਤਾ, ਜਪ ਗੋਬਿੰਦ।
ਗੋ ਧਰਤੀ ਤੇ ਬਿੰਦ ਪਾਲਣ ਵਾਲਾ। ਇਸੇ ਤਰ੍ਹਾਂ ਗੋਪਾਲ ਦਾ ਅਰਥ ਵੀ ਹੈ ਧਰਤੀ ਨੂੰ ਪਾਲਣ ਵਾਲਾ। ਇਹਦੇ ਕਈ ਪੱਖ ਤੋਂ ਅਰਥ ਹੁੰਦੇ ਨੇ। ਤੇ ਲਾਲ ਦਾ ਅਰਥ ਹੈ ਪਿਆਰਾ। ਮਹਾਰਾਜ ਪ੍ਰੇਰਣਾ ਦੇ ਰਹੇ ਨੇ, ਹੇ ਭਾਈ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਕਾਇਨਾਤ ਦਾ ਮਾਲਕ ਹੈ, ਜਿਹੜਾ ਇਸ ਸੰਸਾਰ ਨੂੰ ਪਾਲ ਰਿਹਾ ਹੈ, ਐਸੇ ਪਿਆਰੇ ਸਤਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ। RAM ਨਾਮ ਸਿਮਰ ਤੂੰ ਜੀਵਹਿ, ਫਿਰ ਨਾ ਖਾਈ ਮਹਾਕਾਲ। ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਜੇ ਉਸ ਰਮੇ ਹੋਏ ਮਾਲਕ ਵਾਹਿਗੁਰੂ ਦਾ ਨਾਮ ਜਪੇਗਾ। RAM ਨਾਮ ਸਿਮਰ ਤੂੰ ਜੀਵੈ। ਜਦੋਂ ਉਸ ਰਮੇ ਹੋਏ ਮਾਲਕ ਵਾਹਿਗੁਰੂ ਦੇ ਨਾਮ ਨੂੰ ਤੂੰ ਜਪੇਗਾ ਤੇ ਫਿਰ ਤੂੰ ਜਿਉਂਦਾ ਰਹੇਗਾ। ਧਿਆਨ ਦੇਣਾ ਗੁਰੂ ਪਿਆਰੀ ਸਾਧ ਸੰਗਤ, ਜਿਸ ਵੇਲੇ ਅਸੀਂ ਪਾਵਨ ਬਾਣੀ ਦੇ ਪਾਠ ਰੂਪ ਵਿੱਚ ਦਰਸ਼ਨ ਕਰੀਏ ਤੇ ਇਹ ਸੋਝੀ ਮਿਲਦੀ ਹੈ। ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਸਤਿਗੁਰੂ ਮਹਾਰਾਜ ਨੇ ਪਾਵਨ ਬਾਣੀ ਅੰਦਰ ਕੀਤਾ ਹੈ ਜੀ। ਇੱਕ ਮੌਤ ਹੈ ਸਰੀਰ ਦੇ ਸਵਾਸਾਂ ਦਾ ਮੁੱਕ ਜਾਣਾ, ਕਿਉਂਕਿ ਮਹਾਰਾਜ ਜੀ ਨੇ ਬਚਨ ਕੀਤਾ ਤੂੰ ਜੀਵੈਂ, ਤੂੰ ਜਿਉਂਦਾ ਰਹੇਗਾ। ਹੁਣ ਐਸਾ ਤਾਂ ਨਹੀਂ ਜਿਹੜਾ ਨਾਮ ਜਪਦੇ ਨੇ, ਬਾਣੀ ਪੜ੍ਹਦੇ ਨੇ, ਸਰੀਰਕ ਤੌਰ ਤੇ ਸੰਸਾਰ ਤੋਂ ਜਾਂਦੇ ਨਹੀਂ। ਅੱਜ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਹਾੜਾ ਮਨਾ ਰਹੇ ਹਾਂ। ਭਾਵ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਰੀਰਕ ਤੌਰ ਤੇ ਸੰਸਾਰ ਨੂੰ ਛੱਡਿਆ, ਸਰੀਰਕ ਤੌਰ ਤੇ ਮੈਂ ਬੇਨਤੀ ਕਰਾਂ। ਸੋ ਇਸ ਕਰਕੇ ਇਹਦਾ ਭਾਵ ਇਹ ਨਹੀਂ ਹੈ ਵੀ ਜਦੋਂ ਤੂੰ ਨਾਮ ਜਪੇਗਾ ਤੇ ਤੂੰ ਸੰਸਾਰ ਤੋਂ ਜਾਏਗਾ ਨਹੀਂ, ਕਿਉਂਕਿ ਤੇ ਪਾਵਨ ਬਾਣੀ ਦਾ ਅਟਲ ਨਿਯਮ ਹੈ ਕਿ ਜਿਹੜਾ ਵੀ ਸੰਸਾਰ ਤੇ ਆਇਆ ਉਹਨੇ ਇੱਕ ਨਾ ਇੱਕ ਦਿਨ ਜਾਣਾ ਹੈ। ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਆਉਣਾ ਤੇ ਜਾਣਾ ਇਹ ਸੰਸਾਰ ਦਾ ਨਿਯਮ ਹੈ, ਇਹਦੇ ਤੋਂ ਕੋਈ ਬਚ ਨਹੀਂ ਸਕਦਾ। ਇਸ ਕਰਕੇ ਇੱਕ ਮੌਤ ਹੈ ਜਦੋਂ ਸਵਾਸ ਮੁੱਕ ਗਏ। ਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਬਚਨ ਬਖਸ਼ਿਸ਼ ਕੀਤੇ ਕਿ ਜੋ ਉਪਜਿਓ ਸੋ ਬਿਨਸ ਹੈ, ਪਰ ਉਹ ਆਜ ਕੈ ਕਾਲ। ਜਿਹੜਾ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਸੰਸਾਰ ਤੋਂ ਜਾਣਾ ਹੈ। ਇੱਕ ਮੌਤ ਹੈ ਜਦੋਂ ਮਾਲਕ ਵਾਹਿਗੁਰੂ ਦੇ ਨਾਲੋਂ ਤੂੰ ਟੁੱਟ ਜਾਣਾ ਹੈ, ਜਦੋਂ ਤੈਨੂੰ ਉਹਦੀ ਯਾਦ ਨਹੀਂ ਆਉਂਦੀ। ਆਪਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਰੋਜ਼ ਜਦੋਂ ਸ਼ਾਮ ਵੇਲੇ ਨੇਮ ਨਿਭਾਈਏ ਤੇ ਸੋਦਰ ਦੀ ਬਾਣੀ ਦੇ ਅੰਦਰ ਆਪਾਂ ਇਹ ਬਚਨ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਮੈਂ ਆਖਦਾ ਹਾਂ ਤੇ ਜਿਉਣਾ ਹਾਂ, ਵਿਸਰ ਜਾਏ ਤੇ ਮੇਰੀ ਮੌਤ ਹੈ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵਸ ਕੋਏ। ਤਾਂ ਇੱਕ ਮੌਤ ਹੈ ਆਤਮਿਕ ਮੌਤ, ਤੇ ਆਤਮਿਕ ਮੌਤ ਹੈ ਜਦੋਂ ਗੁਰੂ ਵਾਲੇ ਪਾਸੇ ਤੋਂ ਬੰਦਾ ਟੁੱਟ ਜਾਂਦਾ ਹੈ। ਔਰ ਮੈਂ ਬੇਨਤੀ ਕਰਾਂ, ਬੜਾ ਪਿਆਰਾ ਬਚਨ ਮਹਾਰਾਜ ਨੇ ਪਾਵਨ ਬਾਣੀ ਅੰਦਰ ਸਮਝਾਇਆ, ਧਿਆਨ ਰੱਖੀ। ਸੰਸਾਰਿਕ ਤੌਰ ਤੇ ਜਿਉਂਦਿਆਂ ਹੋਇਆਂ ਬੰਦੇ ਨੂੰ ਮਾਣ ਹੁੰਦਾ ਹੈ। ਕਿਸੇ ਨੂੰ ਮਾਣ ਹੈ ਮੈਂ ਸੋਹਣਾ ਬੜਾ, ਨੂੰ ਆਪਣੇ ਸੁਹੱਪਣ ਤੇ ਮਾਣ ਹੈ। ਕਿਸੇ ਨੂੰ ਇਹ ਮਾਣ ਹੈ ਕਿ ਮੇਰੀ ਕੋਲ ਬਹੁਤ ਉੱਚੀ ਹੈ। ਭਾਵੇਂ ਗੁਰਮਤਿ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ, ਮਹਾਰਾਜ ਨੇ ਪ੍ਰਤੀਕ ਦੇ ਕੇ ਸਤਿਗੁਰੂ ਸਾਨੂੰ ਸਮਝਾ ਰਹੇ ਨੇ। ਮਹਾਰਾਜ ਕਹਿੰਦੇ ਕਿਸੇ ਨੂੰ ਮਾਣ ਹੋਵੇ ਮੈਂ ਸੋਹਣਾ ਬੜਾ ਹਾਂ, ਕਿਸੇ ਨੂੰ ਮਾਣ ਕਿ ਮੇਰੇ ਕੋਲੇ ਧਨ ਪਦਾਰਥ ਬਹੁਤ ਹੈ, ਕਿਸੇ ਨੂੰ ਮਾਣ ਮੇਰੀ ਕੋਲ ਬਹੁਤ ਉੱਚੀ ਹੈ, ਕਿਸੇ ਨੂੰ ਇਸ ਗੱਲ ਦਾ ਵੀ ਮਾਣ ਹੋ ਜਾਂਦਾ ਕਿ ਮੈਂ ਆਪਣੇ ਮੂੰਹ ਤੋਂ ਗਿਆਨ ਦੀਆਂ ਗੱਲਾਂ ਬੜੀਆਂ ਕਰਦਾ। ਮਹਾਰਾਜ ਕਹਿਣ ਲੱਗੇ, ਸਤਿਗੁਰੂ ਨੇ ਇੱਥੇ ਸ਼ਬਦ ਵਰਤਿਆ ਅਤ। ਅਤ ਦਾ ਸ਼ਬਦ ਉੱਥੇ ਵਰਤਿਆ ਜਾਂਦਾ ਜਿੱਥੇ ਜਾ ਕੇ ਸ਼ਬਦ ਮੁੱਕ ਜਾਂਦੇ ਨੇ। ਤੇ ਮਹਾਰਾਜ ਜੀ ਨੇ ਬਚਨ ਕੀਤਾ, ਯਾਦ ਰੱਖੀ, ਤੂੰ ਭਾਵੇਂ ਅਤ ਦਾ ਸੋਹਣਾ ਹੀ ਕਿਉਂ ਨਾ ਹੋਵੇਂ,
ਤੂੰ ਭਾਵੇਂ ਸੰਸਾਰ ਦੀ ਨਿਗਾਹ ਵਿੱਚ ਕਿਸੇ ਅਖੌਤੀ ਉੱਚੀ ਜਾਤ ਵਾਲਾ ਕੁਲ ਵਾਲਾ ਵੀ ਕਿਉਂ ਨਾ ਹੋਵੇਂ, ਤੂੰ ਬਹੁਤ ਚਲਾਕ ਵੀ ਹੋਵੇਂ ਤੇ ਤੈਨੂੰ ਮਾਣ ਵੀ ਹੋਵੇ, ਮੇਰੀ ਲਈ ਠਿੱਬੀ ਨਹੀਂ ਕੋਈ ਫੜ ਸਕਦਾ, ਤੇ ਤੇਰੇ ਕੋਲੇ ਪੈਸਾ ਵੀ ਬੜਾ ਹੋਵੇ ਤੇ ਗਿਆਨ ਵੀ ਬੜਾ ਹੋਵੇ, ਪਰ ਮਹਾਰਾਜ ਕਹਿ ਲੈ ਕਿ ਕੱਲ ਯਾਦ ਰੱਖੀ, ਜੇ ਇਹ ਤੇਰੇ ਕੋਲੇ ਹੈ ਤੇ ਤੇਰੇ ਹਿਰਦੇ ਵਿੱਚ ਰੱਬ ਵਿਸਰ ਚੁੱਕਿਆ, ਕਿਉਂਕਿ ਅਹੰਕਾਰ ਰੱਬ ਨੂੰ ਨਹੀਂ ਜੇ ਪਾਉਂਦਾ। ਕਿਸੇ ਵੀ ਚੀਜ਼ ਦਾ ਅਹੰਕਾਰ ਹੋ ਜਾਏ, ਹਰ ਜੂ ਅਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਮਹਾਰਾਜ ਕਹਿ ਲਗੇ ਇਹਨਾਂ ਚੀਜ਼ਾਂ ਦਾ ਅਹੰਕਾਰ ਹੋਇਆ, ਰੱਬ ਵਿਸਰ ਗਿਆ, ਤੇ ਫਿਰ ਭਾਵੇਂ ਸੰਸਾਰਕ ਤੌਰ ਤੇ ਤੁਰਿਆ ਫਿਰਦਾ ਹੀ ਕਿਉਂ ਨਾ ਹੋਵੇ, ਸਵਾਸ ਹੀ ਕਿਉਂ ਨਾ ਲੈਂਦਾ ਹੋਵੇ। ਮਹਾਰਾਜ ਕਹਿ ਲਗੇ ਯਾਦ ਰੱਖੀ, ਜੇ ਉਸ ਮਾਲਕ ਵਾਹਿਗੁਰੂ ਨਾਲ ਤੇਰੀ ਪ੍ਰੀਤ ਨਹੀਂ, ਉਹਦੇ ਨਾਲ ਤੇਰਾ ਪਿਆਰ ਨਹੀਂ, ਤੇ ਤੂੰ ਉਸ ਮਾਲਕ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਤੁਰਿਆ ਫਿਰਦਾ ਮੁਰਦਾ ਹੈ। ਆਪਾਂ ਬਚਨ ਪੜ੍ਹਦੇ ਹਾਂ, ਅਤ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਉਹ ਮੁਰਦਾ ਹੈ ਗੁਰੂ ਦੀ ਨਿਗਾਹ ਵਿੱਚ। ਸੋ ਇੱਕ ਮੌਤ ਹੈ ਜਦੋਂ ਜ਼ਮੀਰ ਮਰੀ, ਤੇ ਇੱਕ ਮੌਤ ਹੈ ਜਿਹਨੂੰ ਗੁਰੂ ਨੇ ਪ੍ਰਵਾਨ ਕੀਤਾ ਹੈ ਜੀ। ਸਵਾਸਾਂ ਦਾ ਮੁੱਕ ਜਾਣਾ ਇਹ ਸੰਸਾਰ ਦੀ ਕਾਰ ਹੈ, ਜ਼ਮੀਰ ਦਾ ਮਰਿਆ ਗੁਰੂ ਨੂੰ ਭਾਉਂਦਾ ਨਹੀਂ। ਤੇ ਇੱਕ ਮੌਤ ਹੈ ਜਦੋਂ ਗੁਰੂ ਵਾਲਾ ਹੋ ਜਾਏਗਾ, ਗੁਰੂ ਵਾਲੇ ਪਾਸੇ ਆ ਜਾਏਗਾ। ਤਾਂ ਹੀ ਤਾਂ ਮਹਾਰਾਜ ਨੇ ਕਿਹਾ ਕਿ ਜਦੋਂ ਗੁਰੂ ਕੋਲੇ ਆਉਣਾ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਜੇ ਕਿਤੇ ਤੇਰੇ ਅੰਦਰ ਇਹ ਚਾਓ ਬਣਦਾ ਹੈ ਨਾ ਕਿ ਮਾਲਕ ਨਾਲ ਪ੍ਰੇਮ ਦੀ ਖੇਡ ਖੇਡਣੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸ਼ੇਰ ਧਰ ਤਲੀ। ਸ਼ੇਰ ਧਰ ਤਲੀ ਤੋਂ ਭਾਵ ਹੈ ਕਿ ਆਪਣੀ ਮਤ ਗੁਰੂ ਨੂੰ ਦੇ ਦੇਣੀ। ਜੋ ਤੋ ਪ੍ਰੇਮ ਖੇਲਣ ਕਾ ਚਾਓ ਸ਼ੇਰ ਧਰ ਤਲੀ, ਗਲੀ ਮੇਰੀ ਆਓ ਇਤ ਮਾਰਗ ਪੈ ਧਰੀਜੈ। ਜੇ ਇਸ ਮਾਰਗ ਵੱਲ ਤੁਰੇਗਾ ਸਿਰ ਦੀਜੈ ਕਾਣ ਨਾ ਕੀਜੈ। ਕੋਈ ਕਿਸੇ ਤਰ੍ਹਾਂ ਦਾ ਸ਼ੰਕਾ ਨਾ ਕਰੀ, ਕੋਈ ਲੁਕਵਾ ਨਾ ਰੱਖੀ। ਭਾਵ ਜਦੋਂ ਗੁਰੂ ਵਾਲਾ ਹੋ ਜਾਏਗਾ, ਜਿਹਨੂੰ ਭਾਈ ਗੁਰਦਾਸ ਜੀ ਨੇ ਬਚਨ ਕੀਤਾ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਜਦੋਂ ਗੁਰੂ ਵਾਲਾ ਹੋ ਗਿਆ, ਗੁਰੂ ਕੋਲੇ ਆ ਕੇ ਆਤਮ ਸਮਰਪਣ ਕੀਤਾ, ਗੁਰੂ ਦੇ ਚਰਨਾਂ ਤੇ ਆ ਕੇ ਝੁਕ ਗਿਆ, ਜਿੱਥੇ ਤਨ ਝੁਕਿਆ ਉੱਥੇ ਮਨ ਵੀ ਗੁਰੂ ਅੱਗੇ ਝੁਕਾ ਦਿੱਤਾ। ਜਿਹਨੂੰ ਮਹਾਰਾਜ ਨੇ ਆਖਿਆ ਤੋਧ ਨੂੰ ਨਿਵਣ ਮੰਨਣ ਤੇਰਾ ਨਾਉ, ਤਾਂ ਮਹਾਰਾਜ ਜੀ ਨੇ ਆਖਿਆ, ਜੇ ਬਾਬਾ ਕਬੀਰ ਜੀ ਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ, ਕਹਿੰਦੇ ਜਿਸ ਮੌਤ ਦੁਨੀਆ ਡਰਦੀ ਹੈ ਨਾ, ਮੈਨੂੰ ਤੇ ਮਰਨ 'ਚ ਆਨੰਦ ਹੀ ਬੜਾ ਆਇਆ। ਜਿਸ ਮਰਣਾ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈ ਐ ਪੂਰਨ ਪਰਮਾਨੰਦ। ਜਿਸ ਦਿਨ ਆਪਣਾ ਆਪਾ ਮਾਲਕ ਦੇ ਅੱਗੇ ਭੇਟਾ ਕਰ ਦਿੱਤਾ, ਕਹਿੰਦੇ ਉਸ ਦਿਨ ਮਾਲਕ ਦੀ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਅੱਜ ਬਚਨ ਬਖਸ਼ਿਸ਼ ਕਰਕੇ ਇਹ ਸਮਝਾਇਆ, ਤੂੰ ਆਤਮਿਕ ਤੌਰ ਤੇ ਜਿਉਣਾ ਚਾਹੁੰਦਾ ਹੈ ਤੇ ਫਿਰ ਮਾਲਕ ਵਾਹਿਗੁਰੂ ਦਾ ਨਾਮ ਜਪ। ਇਹਦੇ ਨਾਲ ਕੀ ਹੋਵੇਗਾ, ਤੇਰੀ ਆਤਮਿਕ ਮੌਤ ਨਹੀਂ ਹੋਵੇਗੀ। ਇੱਕ ਬੇਨਤੀ ਮੈਂ ਹੋਰ ਕਰਾਂ, ਜਿਸ ਵੇਲੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਗੌੜੀ ਰਾਗ ਦੇ ਅੰਦਰ ਅਸੀਂ ਇੱਕ ਬਚਨ ਪੜ੍ਹਦੇ ਹਾਂ, ਮਹਾਰਾਜ ਨੇ ਦੋਨੋਂ ਪੱਖ ਇਸ ਸ਼ਬਦ ਦੇ ਵਿੱਚ ਰੱਖੇ ਨੇ, ਆਤਮਿਕ ਤੌਰ ਤੇ ਜਿਉਣਾ ਤੇ ਆਤਮਿਕ ਤੌਰ ਤੇ ਮੌਤ ਹੋ ਜਾਣੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਬੜਾ ਪਿਆਰਾ ਬਚਨ ਸਾਨੂੰ ਸਮਝਾਇਆ, ਕਹਿਣ ਲੱਗੇ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਯਾਦ ਰੱਖੀ, ਜੇ ਗੁਰੂ ਨੂੰ ਭੁੱਲ ਜਾਏਗਾ, ਗੁਰੂ ਦੀ ਯਾਦ ਤੇਰੇ ਹਿਰਦੇ ਵਿੱਚ ਨਹੀਂ ਹੈ, ਤੇ ਮਹਾਰਾਜ ਕਹਿ ਲਗੇ ਤੇਰਾ ਜੀਵਨ ਫਿਰ ਸੱਪ ਵਰਗਾ ਹੋਏਗਾ। ਉਮਰਾਂ ਬੜੀਆਂ ਲੰਮੀਆਂ ਜਿਉ ਲਏਗਾ, ਪਰ ਯਾਦ ਰੱਖੀ, ਬਿਨ ਸਿਮਰਨ ਜੈਸੇ ਸਰਪ ਆਰ ਜਾਰੀ। ਤਿਉ ਜਿਵੇਂ ਸਾਖਤ ਨਾਮ ਸਾਰੀ। ਸਾਖਤ ਦਾ ਅਰਥ ਹੈ ਬਾਣੀ ਤੋਂ ਟੁੱਟਿਆ ਬੰਦਾ, ਜਿਵੇਂ ਸੱਪ ਦਾ ਸੁਭਾਅ ਆ, ਸੱਪੈ ਦੁੱਧ ਪਿਆਈਐ ਵਿਖ ਮੂੰਹ ਸੁੱਟੈ। ਇਸੇ ਤਰ੍ਹਾਂ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰ ਜਾਰੀ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੇ ਗੋਹਾਰੀ। ਇਹ ਵੀ ਪਾਤਸ਼ਾਹ ਜੀ ਦਾ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਬਚਨ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਧਿਆਨ ਰੱਖੀ, ਜਦੋਂ ਆਤਮਿਕ ਤੌਰ ਤੇ ਮਰੇਗਾ ਨਾ, ਤੇ ਦਿਖਣ ਨੂੰ ਤੇ ਤੂੰ ਬੰਦਾ ਲੱਗੇਗਾ, ਪਰ ਤੇਰੇ ਜਿਹੜੇ ਕੰਮ ਹੋਣਗੇ ਸਾਰੇ ਪਸ਼ੂਆਂ ਵਾਲੇ ਹੋਣਗੇ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ।
महाराज कह लगे बिन सिमरन जैसे सर पे आर जारी, त्यों जीवै साकत नाम सारी। जदों गुरु दी याद नहीं, गुरु दी बाणी तो टुटिया बंदा एक सप वर्गा जीवन जिउंदा। उम्र भावें लम्मी होवे पर संसार ते जिवें सप दा सुभाअ केवल जहर कड्ढना ते डंग मारना है, एवे संसार ते रह के ते बंदा केवल ते केवल किसी दा माड़ा करने वाली तुरिया रहिदा है। महाराज कह लगे आत्मक मौत, दिखण नूं बंदा पर तेरी आत्मक मौत हो गई, तेरा जमीर मन गया, इंसानियत खत्म हो गई तेरे अंदरों। महाराज कह लगे बिन सिमरन जैसे सर पे आर जारी, त्यों जीवै साकत नाम विसारी। ते हुण महाराज जी ने आत्मक जीवन की गल इस बचन च कीती। कह लगे एक निमख जो सिमरन में जिया। एक निमख जिहड़ा शब्द है ना, ये आपां बाणी विच कई थावां पढ़दे हां। किते महाराज कहंदे ने किनका एक जिस जी बसावै ताकि महिमा गनी न आवे। किते आपां बचन पढ़दे हां एक चित जे एक छिन ध्यायो, काल फास कै बीच ना आयो। एक निमख तो भाव है जे शब्दी अर्थ करिए तो अख की पलक का एक पल झपक जाना। एक निमख जो सिमरन में जिया, जे एक पल भी मालक वाहिगुरु की याद विच जिया जाए। हुण ध्यान देना, संसारिक तौर पर बंदा जिउंदा, गुरु घर भी जांदा है, खुशी ते गमी दे समागमां दे विच भी गुरु गोद विच कई घंटे बैठा ते फिर चलिया जांदा है। पर इत्थे जिहड़े निमख की गल है ना जी, इत्थे निमख दा गल है जिवें ओ तेरे जीवन दा पल आवे। ऊं तां भावां तू सरीरक तौर ते कई सालां तो गुरु गोद विच बैठा ते चलिया गया, पर एक पल ओ आवे जदों तेरे अंदर गुरु की बात सुन के, गुरु की बाणी नूं सुन के ते तू प्रण करे कि अज तो बाद मैं गुरु वाला बन के जिउणा है। वो निमख जिवें सतगुरु गुरु नानक साहब पातशाह भाई सज्जण कोले गए, इतिहासकारां ने पहला नाम वरतिया ठग, पर जदों गुरु नानक साहब पातशाह गए तो सतगुरु महाराज ने समझाया, ओ सज्जणा कहे दे भांडे वांगो चमकदा आ, अंदर तेरे कालक पई आ, दिखण नूं सज्जण लगदा है पर तेरे अंदर सज्जना वाले गुण कोई नहीं। उजल कया तिलकना घोटम कालड़ी मास, धोतियां जूठ ना उतरे जे सो धोवां ते। सज्जण से ही नाल मैं चलदे आ, नाल चलन जिथे लेखा मंगी है तिथे खड़े दे सन। चाहिदा तां इह सी नां दा सज्जण सी ते सज्जन रूपी गुण इकट्ठे करदा। ते प्यारिओ जदों गुरु साहब ने यह बचन समझाया तो किन्ना को समा लगा जी, पर वह पल जीवन में घर कर गया। सज्जन गुरु नानक साहब पातशाह के चरणों ते ढह के ते तौबा करके, हाँ महाराज अज तो बाद ये नहीं। महाराज कह लगे आ निमख आवे, आ पल आवे। जिवें ना असी दुध नूं जाग लाने आ ते दुध नूं जाग लाउण लई असी उहदे विच खट्टा लस्सी पाउने आ, ते एक पल में जदों एक बूंद उहदे विच डिग्गी, फिर एक तो दो बैक्टीरिया, दो तो चार, ते सवेर नूं ओह तरल दुध ठोस बन गया। इन्ना पल लगा। महाराज कह लगे तेरे जीवन च ये पल आवे, एक निमख जो सिमरन में जिया। एक पल तेरे जीवन चो आए जदों गुरु की याद तेरे हिरदे च टिके ते फिर सदीवी तौर पर टिके रह जाए। ते फिर महाराज कह लगे पता की होगा, कोट, कोट का अर्थ करोड़ां, दिनस दिन, लाख लखां, सदा थिर थिया। महाराज कह लगे जदों गुरु की याद सदीवी तौर पर तेरे हिरदे विच टिक जाएगी, तू सदीवी तौर पर गुरु नाल जुड़ जाएगा ते आत्मक तौर पर जिउंदा हो जाएगा। फिर अगे महाराज जी ने बड़ा प्यारा बचन बख्शिश किया, कह लगे बिन सिमरन त्रिग कर्म कमास। जे गुरु की याद नहीं तो तू कर्म करेगा जेडे फिटकार योग ने। काग बतन बिष्टा मैं वास, जिमें जेड़ा कां है वह गंदगी ते ठूंगे मारदा है, बंदिया गुरु नूं भुल जाए तेरा जीवन भी अजिहा बन जाएगा। बिन सिमरन भये कूकर काम, साकत बेसुआ पूतन नाम। जे गुरु की याद नहीं, आत्मक मौते मर चुके हैं, तो महाराज कह लगे जिवें एक कुकर की हालात है वो जी हालात तेरी बनेगी। और गुरु साहब ने उदाहरण दी, कह लगे साकत बेसुआ, जिवें एक वेश्वा के घर च पुत जमे तो कोई दस नहीं सकता कि वह बाप कौन है। इस तरह जो गुरु की याद तो टुट जाए बंदा
ਫਿਰ ਗੁਰੂ ਤੋਂ ਛੱਡ ਕੇ ਤੇ ਪਤਾ ਨਹੀਂ ਕਿੱਥੇ ਕਿੱਥੇ ਤੁਰ ਜਾਂਦਾ ਹੈ। ਮਹਾਰਾਜ ਨੇ ਬੜਾ ਪੈਰਕ ਥਾਵਾਂ ਬਚਨ ਕੀਤਾ, ਤਿਆਗ ਸੁਆਮੀ ਆਨ ਜੋ ਚਿਤਵਤ। ਇੱਕ ਮਾਲਕ ਵਾਹਿਗੁਰੂ ਨੂੰ ਛੱਡ ਕੇ, ਇੱਕ ਅਕਾਲ ਪੁਰਖ ਨੂੰ ਛੱਡ ਕੇ ਥਾਂ ਥਾਂ ਜਾਣ ਵਾਲਾ ਬੰਦਾ। ਤਿਆਗ ਸੁਆਮੀ ਆਨ ਜੋ ਚਿਤਵਤ, ਮੂੜ ਮੁਗਧ ਖਲ ਖਰਤੇ, ਪਰਲੇ ਦਰਜੇ ਦਾ ਮੂਰਖ ਹੈ। ਮਹਾਰਾਜ ਕਹਿ ਲਗੇ ਉਹ ਗਧਾ ਹੈ, ਉਹ ਜਿਹੜਾ ਹੈ ਉਹਦੇ ਕੋਲੇ ਦਿਮਾਗੀ ਸੰਤੁਲਨ ਨਹੀਂ। ਮੂੜ ਮੁਗਧ ਖਾਲ ਖਾਰਤੇ, ਕਾਗਰ ਨਾਮ ਲੰਘੇ ਕਤ ਸਾਗਰ, ਬ੍ਰਿਥਾ ਕਥਤ ਹਮ ਤਰਤੇ। ਇਹਦੇ ਹਾਲਾਤ ਕੀ, ਕਾਗਜ਼ ਦੀ ਬੇੜੀ ਤੇ ਸਵਾਰ ਹੋਇਆ ਬੈਠਾ ਤੇ ਕਹਿੰਦਾ ਮੈਂ ਤਰ ਜਾਣਾ ਹੈ। ਮਹਾਰਾਜ ਕਹਿ ਲਗੇ ਬਿਨ ਸਿਮਰਨ ਭਏ ਕੂਕਰ ਕਾਮ, ਸਾਕਤ ਬੇਸੁਆ ਪੂਤਨ ਨਾਮ। ਬਿਨ ਸਿਮਰਨ ਗਰਦਬ ਕੀ ਨਿਆਈ, ਸਾਕਤ ਥਾਨ ਭ੍ਰਿਸ਼ਟ ਫਿਰਾਹੀ। ਬਿਨਾਂ ਗੁਰੂ ਦੀ ਯਾਦ ਤੋਂ ਆਤਮਿਕ ਮੌਤ ਹੋ ਜਾਂਦੀ ਹੈ ਤੇ ਫਿਰ ਬੰਦੇ ਦਾ ਜੀਵਨ ਇੱਕ ਗਧੇ ਵਰਗਾ, ਖੋਤਾ ਚੰਦਨ ਲਾਈਆ ਖਰਖੇ ਉਪਟੈ। ਆਪ ਭਾਗਾਂ ਵਾਲੇ ਹੋ, ਵੱਡ ਭਾਗੇ ਹੋ, ਗੁਰੂ ਯਾਦ ਵਿੱਚ ਗੁਰੂ ਦੇ ਚਰਨਾਂ 'ਚ ਜੁੜੇ ਹੋ। ਸੰਸਾਰਿਕ ਤੌਰ ਤੇ ਗੁਰੂ ਤੋਂ ਟੁੱਟਿਆ ਬੰਦਾ ਵਿਸ਼ੇ ਵਿਕਾਰਾਂ ਵੱਲ ਤੇ ਬਹੁਤ ਭੱਜਦਾ ਹੈ। ਗੰਦਨ ਵੈਣ ਰੱਤਾ ਹਿਤਕਾਰੀ, ਨਾਮ ਲੈ ਤਲਕਾਇਆ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਮਾੜਾ ਕੰਮ ਕਰਨਾ ਹੈ ਤੇ ਉਸੇ ਟਾਈਮ ਭੱਜ ਖੜਾ, ਤੇ ਚੰਗਾ ਕੰਮ ਕਰਨਾ ਹੈ ਤੇ ਉਹ ਜਿਹੜਾ ਉੱਠਦਾ ਹੀ ਕੋਈ ਨਹੀਂ ਹੈ। ਮਹਾਰਾਜ ਕਹਿਲੇ ਕਿ ਇਹ ਗਰਦਬ ਕੀ ਨਿਆਈ। ਬਿਨ ਸਿਮਰਨ ਜੈਸੀ ਸਿੰਘ ਸ਼ਤਾਰਾ, ਬੋਲੇ ਕੂਰ ਸਾਖਤ ਮੁਖਕਾਰਾ। ਮਹਾਰਾਜ ਕਹਿ ਲਗੇ ਬਿਨਾਂ ਗੁਰੂ ਦੀ ਯਾਦ ਤੋਂ ਜਿਵੇਂ ਇੱਕ ਭੇਡੂ ਹੈ, ਇੱਕ ਸ਼ਤਾਰਾ ਹੈ, ਉਹਦੇ ਉੱਤੇ ਸਿੰਘ ਨੇ ਤੇ ਉਹਦਾ ਫਾਇਦਾ ਕੋਈ ਨਹੀਂ, ਭਾਰ ਹੀ ਚੁੱਕੀ ਫਿਰਦਾ। ਐਵੇਂ ਗੁਰੂ ਤੋਂ ਯਾਦ ਤੋਂ ਟੁੱਟਿਆ ਬੰਦਾ, ਗੁਰੂ ਦੀ ਬਾਣੀ ਤੋਂ ਦੂਰ ਹੋਇਆ ਬੰਦਾ ਕੇਵਲ ਤੇ ਕੇਵਲ ਦੁਨੀਆ ਤੇ ਭਾਰ ਹੈ। ਬਿਨ ਸਿਮਰਨ ਜੈਸੇ ਸਿੰਘ ਸ਼ਤਾਰਾ, ਬੋਲੇ ਕੂਰ ਸਾਕਤ ਮੁਖਕਾਰਾ। ਬਿਨ ਸਿਮਰਨ ਕੂਕਰ ਹਰਕਾਇਆ, ਸਾਕਤ ਲੋਭੀ ਬੰਦ ਨਾ ਪਾਇਆ। ਬਿਨਾਂ ਗੁਰੂ ਦੀ ਯਾਦ ਤੋਂ ਇੱਕ ਕੂਕਰ ਦੇ ਵਾਂਗੂ ਬੰਦਾ ਹਲਕਾ ਜਾਂਦਾ ਹੈ। ਉਹਨੂੰ ਆਪਣੇ ਤੇ ਬਗਾਨੇ ਦੀ ਪਛਾਣ ਨਹੀਂ, ਕੇਵਲ ਉਹਦੇ ਅੰਦਰ ਲੋਭ ਤੇ ਲਾਲਚ ਪਿਆ। ਉਹ ਉਸ ਨੂੰ ਪੂਰਤੀ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਬਿਨ ਸਿਮਰਨ ਕੂਕਰ ਹਰਕਾਇਆ, ਸਾਕਤ ਲੋਭੀ ਬੰਦ ਨਾ ਪਾਇਆ। ਇੰਨਾ ਲੋਭ ਆਇਆ ਜਿੰਨਾ ਮਰਜ਼ੀ ਮਿਲ ਜਾਏ ਉਹਦੇ ਅੰਦਰ ਜਿਹੜਾ ਹੈ ਸੰਤੋਖ ਨਹੀਂ ਹੈ। ਬਿਨ ਸਿਮਰਨ ਹੈ ਆਤਮ ਘਾਤੀ। ਜਿਹੜੀ ਗੱਲ ਮਹਾਰਾਜ ਅੱਜ ਕਹਿ ਰਹੇ, ਬਿਨਾਂ ਗੁਰੂ ਦੀ ਯਾਦ ਤੋਂ ਆਤਮ ਘਾਤੀ ਹੋ ਜਾਂਦਾ ਬੰਦਾ, ਆਪਣੇ ਜੀਵਨ ਨੂੰ ਆਪ ਬਰਬਾਦ ਕਰਦਾ ਹੈ। ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਫਲ ਆਪਣੇ ਆਪ। ਇਹ ਦੁਨੀਆ ਦੇ ਮਗਰ ਲੱਗ ਕੇ ਵਿਸ਼ੇ ਵਿਕਾਰਾਂ ਵਿੱਚ ਗ੍ਰਸਤ ਹੋ ਕੇ ਗੁਰੂ ਨੂੰ ਛੱਡ ਕੇ ਆਪਣੇ ਜੀਵਨ ਨੂੰ ਆਪ ਬਰਬਾਦ ਕਰਦਾ। ਬਿਨ ਸਿਮਰਨ ਹੈ ਆਤਮ ਘਾਤੀ, ਸਾਕਤ ਨੀਚ ਤਿਸ ਕੋਲ ਨਹੀਂ ਜਾਤੀ। ਮਹਾਰਾਜ ਕਹਿ ਲਗੇ ਜਿਹੜਾ ਗੁਰੂ ਤੋਂ ਟੁੱਟਿਆ ਉਹ ਨੀਵਾਂ ਆ। ਗੁਰੂ ਨੇ ਕਿਸੇ ਜ਼ਾਤ ਪਾਤ ਮਜ਼ਹਬ ਦੇ ਵਾਲੇ ਨੂੰ ਨੀਵਾਂ ਨਹੀਂ ਜੇ ਆਖਿਆ। ਮਹਾਰਾਜ ਨੇ ਨੀਵਾਂ ਆਖਿਆ ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਵੇਂ ਬਾਸਨਾ। ਜਿਹੜਾ ਗੁਰੂ ਨੂੰ ਵਿਸਾਰਦੇ। ਬਿਨ ਸਿਮਰਨ ਹੈ ਆਤਮ ਘਾਤੀ, ਸਾਕਤ ਨੀਚ ਤਿਸ ਕੋਲ ਨਹੀਂ ਜਾਤੀ। ਜਿਸ ਭਇਆ ਕਿਰਪਾਲ, ਜਿਹਦੇ ਉੱਤੇ ਮਾਲਕ ਵਾਹਿਗੁਰੂ ਰਹਿਮਤ ਕਰ ਦੇ, ਗੁਰੂ ਦੀ ਕਿਰਪਾ ਹੋ ਜਾਏ। ਜਿਸ ਭਇਆ ਕਿਰਪਾਲ, ਤਿਸ ਸਤ ਸੰਗ ਮਿਲਾਇਆ। ਉਹ ਗੁਰੂ ਦੀ ਸੱਚੀ ਸੰਗਤ ਵਿੱਚ ਆ ਕੇ ਬੈਠ ਜਾਂਦਾ ਹੈ। ਕਹੋ ਨਾਨਕ ਗੁਰ ਜਗਤ ਤਰਾਇਆ। ਮਹਾਰਾਜ ਕਹਿ ਲਗੇ ਉਹ ਸੰਸਾਰਿਕ ਤੌਰ ਤੇ ਤਰ ਜਾਂਦਾ ਹੈ। ਤਾਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤੇ, ਉਹ ਬੰਦਿਆਂ ਜਦੋਂ ਨਾਮ ਜਪੇਗਾ ਤੇ ਜਿਉਂਦਾ ਰਹੇਗਾ ਆਤਮਿਕ ਤੌਰ ਤੇ ਜੇ ਗੁਰੂ ਦੀ ਬਾਣੀ ਤੋਂ ਟੁੱਟ ਗਿਆ ਤੇ ਫਿਰ ਤੇਰੀ ਮੌਤ ਹੋ ਗਈ। ਇਸ ਕਰਕੇ ਨਾਮ ਜਪ, ਫਿਰ ਤੈਨੂੰ ਮਹਾਕਾਲ ਤੋਂ ਭਾਵ ਹੈ ਭਿਆਨਕ ਮੌਤ, ਆਤਮਿਕ ਮੌਤ ਨਹੀਂ ਹੋਵੇਗੀ। ਰਹਾਉ ਕੋਟ ਜਨਮ ਭ੍ਰਮ 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 ਆਇਓ। ਮਹਾਰਾਜ ਜੀ ਨੇ ਬਚਨ ਬਖਸ਼ਿਸ਼ ਕੀਤਾ ਜਿਹੜਾ ਤੈਨੂੰ ਇਹ ਜਾਮਾ ਮਿਲਿਆ, 184 ਭ੍ਰਮ ਤਿਆਂ ਦੁਲੱਭ ਜਨਮ ਪਾਇਓ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਬੜਾ ਔਖਾ ਹੈ ਤੈਨੂੰ, ਕਈ ਕਰੋੜਾਂ ਜਨਮਾਂ ਦਾ ਭੌਂਦਾ ਹੋਇਆ ਤੇ ਤੈਨੂੰ ਇਹ ਮਨੁੱਖਾ ਜਾਮਾ ਮਿਲਿਆ ਹੈ। ਵੱਡੇ ਭਾਗ ਸਾਧ ਸੰਗ ਪਾਇਓ। ਤੇ ਉਹਦੇ ਭਾਗ ਵੱਡੇ ਹੋ ਜਾਂਦੇ ਜਿਹੜਾ ਗੁਰੂ ਸੰਗਤ ਵਿੱਚ ਆਇਆ, ਜਿਹਦੇ ਤੇ ਗੁਰੂ ਦੀ ਰਹਿਮਤ ਹੋ ਜਾਏ।
क्योंकि गुरु कोले आके ना जी आप जिस वेले पावन बाणी नूं पढ़ोगे, सब तो वड्डा जोर ही गुरु साहब ने सत संगत दे दिता है। एक संगत है, संगत इकट्ठ नूं कहिंदे ने। एक सत संगत है जिथे सच दी विचार हुंदी है। एक कुसंगत है जिन्हों असीं भैड़ी संगत आखदे हां। महाराज कहन लगे सत संगत कैसी जानी है, जिथे एको नाम वखाणी है। जिथे एक दी गल होवे वो सत संगत है। ते महाराज जी ने बचन किया कि जदों तू संगत करेगा, क्योंकि सत संगत संगत दे विच पै जाए तो बंदा वो कर जांदा है जो उन्होंने नहीं करना चाहिए। ते जे सत संगत विच भी आ जाए तो अमोड़ मन जुड़ जांदा जी। इसे करके महाराज ने कहा धर्म की दुनिया दे विच जे कोई सिरे दा कर्म है, तू कुछ ना कर ते इको काम करया कर, गुरु दी संगत विच आके बैठ जाया कर ते हरि दी कीर्ति कर। ये सारियां तो सिरे दा धर्म दी दुनिया विच काम है। हर कीरत साध संगत है, सिर करमन के कर्मा, कहो नानक तिस भयो प्राप्त, जिस पुरब लिखे का लहना। तो सतगुरु महाराज कह लगे जिन भाग वड्डे जिहड़ा गुरु संगत विच आ जांदा है। बिन गुर पूरे नाही उधार। ते जे गुरु संगत विच ना आया, बाणी नाल ना जुड़िया, महाराज कह लगे पूरे गुरु तो बिना उधार नहीं होएगा। इते गुर चेले पुन हुआ, काचे गुर ते मुक्त ना हुआ। जे कच्चे दे लड़ लग जाएगा डुब जाएगा। जे पूरे गुरु सच्चे गुरु दे लड़ लग जाएगा। सत पुरख जिन जानिया, सत गुर तिसका नाम, तिसकै संग से खुद रह नानक हर गुण गाओ। महाराज कह लगे याद रख, सच्चे गुरु दे लड़ लगेगा बच जाएगा। जे पूरे गुरु दे लड़ ना लगया, तेरे जीवन का उधार नहीं होवेगा। बाबा नानक आखै एहो विचार। ते अंत विच गुरु नानक साहब पातशाह, भाव गुरु नानक साहब पातशाह दे पंजवें स्वरूप जो तोहा जुगत साए, शह काया फिर पलटी है। तां पंचम गुरुदेव गुरु अर्जन साहब पातशाह गुरु नानक साहब दे पंजवें स्वरूप कहिंदे हन, मैं तैनूं ये विचार देना हाँ कि प्यारिया अपने जीवन नूं सफला कर। अपने जीवन नूं गुरु संगत विच आके बाणी पढ़ के सच्चे गुरु दे लड़ ला के बसर कर, तां तेरे जीवन का उधार होएगा। ये अज दे पावन हुक्मनामे विच सतगुरु गुरु अर्जन साहब महाराज जी ने बख्शिश की है। सो आओ भागां वालिओ, पावन स्थान ते जो गुरु ग्रंथ साहब महाराज जी की पावन बाणी की लड़ीवार विचार चल रही है, जिस तहत सत्ता बलवंडा जी, राय बलवंड तथा सत्य डूम आखी जो इस वार का सरलेख है, पावन वार की जो लड़ीवार विचार चल रही है, आओ आपां इह सरवण करिए। अते नाल दी नाल धन गुरु रामदास पातशाह जी दे अज ज्योति जोत दिवस नूं मुख रखदियां होइयां पावन इतिहास नाल आपां जुड़न दा यतन करना है। धन धन रामदास गुर, जिन सिरिया तिनै सवारिया। ये पावन बचन बाबा सत्ता जी का है, क्योंकि इस वार के अंदर कुल 8 पौड़ियां हैं। 8 दे विचों जिहड़ियां पहलियां 5 पौड़ियां वो बाबा सत्ता जी दियां ने, ते अंतलियां जिहड़ियां 3 पौड़ियां ने वो बाबा बलवंड जी दियां ने। बाबा बलवंड जी दियां 5 वाहिगुरू, ते अंत वालियां 3 बाबा सत्ता जी दियां ने। सो बाबा सत्ता जी जो अज दी 7 नंबर पौड़ी दी विचार है, इहदे विच बचन बख्शिश करते हैं, धन धन रामदास गुर, जिन सिरिया तिनै सवारिया। बाबा सत्ता जी बचन करते हैं, गुरु रामदास पातशाह तुसी धन हो, तुसी धन हो, क्योंकि सतगुरु तुहानू जिसने पैदा किया है ना महाराज, उसने तुहानू सोहना ते तुहानू सवारिया है। क्योंकि भागां वालिओ, गुरु रामदास पातशाह जी का जदों असीं बचपन के रूप में जीवन पढ़ते हाँ, ते चूना मंडी लाहौर पाकिस्तान दे विच सतगुरु महाराज जी का भाई जेठा जी के रूप में प्रकाश होया। इतिहासकार लिखते ने 7 साल की उम्र सी जदों माता पिता का साया संसार तो जिहड़ा है उठ गया। कहन नूं मन नहीं, पर इतिहासकारां दी कलम है। इतिहासकार लिखते ने कि जिस दा मां बाप का साया सिर तो चुकिया जाए
ਉਹ ਸੰਸਾਰਕ ਤੌਰ ਤੇ ਉਹਨੂੰ ਸ਼ਬਦ ਯਤੀਮ ਵਰਤਿਆ ਜਾਂਦਾ ਹੈ। 7 ਸਾਲ ਦੀ ਉਮਰ ਦੇ ਵਿੱਚ ਮਾਂ-ਬਾਪ ਦਾ ਸਾਇਆ ਚੁੱਕਿਆ ਗਿਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਕੈਸੀ ਵਿਧ ਬਣਾਈ, ਨਾਨੀ ਆਏ ਤੇ ਬਾਸਰ ਕੇ ਲੈ ਗਏ। ਬਾਸਰ ਕੇ ਦੀ ਧਰਤੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਵਿਧ ਬਣਾਈ, ਜਨ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਮਾਲਕ ਵਾਹਿਗੁਰੂ ਦੀ ਵਿਧ ਸੀ। ਬਾਸਰ ਕੇ ਦੀ ਧਰਤੀ ਉਹ ਧਰਤੀ ਹੈ ਜਿੱਥੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਅਮਰਦਾਸ ਪਾਤਸ਼ਾਹ ਅਜੇ ਬਾਬਾ ਅਮਰਦਾਸ ਸਨ, ਗੁਰੂ ਨਹੀਂ ਬਿਣੇ, ਪਰ ਉਹਨਾਂ ਗੁਰਮੁਖਾਂ ਨਾਲ ਮੇਲ ਹੋਇਆ ਤੇ ਇਹ ਜੀਵਨ ਜਿਹੜਾ ਸੀ ਅਧਿਆਤਮ ਮਾਰਗ ਦੇ ਵੱਲ ਤੁਰ ਪਿਆ। ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹੋਈ ਤੇ ਗੁਰਮੁਖ ਜਨਾਂ ਦੇ ਸੰਗ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਸਤਿਗੁਰੂ ਜੀ ਬਣ ਗਏ। ਇਸ ਕਰਕੇ ਬਾਬਾ ਸੱਤਾ ਜੀ ਕਹਿ ਰਹੇ ਨੇ, ਧੰਨ ਧੰਨ ਰਾਮਦਾਸ ਗੁਰ। ਸਤਿਗੁਰੂ ਕਿਸੇ ਦੀ ਜ਼ਿੰਮੇਵਾਰੀ ਜੇ ਮਾਂ ਚੜ੍ਹਾਈ ਕਰ ਜਾਏ ਤੇ ਬਾਪ ਤੇ ਆ ਜਾਂਦੀ ਹੈ, ਕਿਸੇ ਦੀ ਜ਼ਿੰਮੇਵਾਰੀ ਬਾਪ ਚੜ੍ਹਾਈ ਕਰ ਜਾਏ ਮਾਂ ਤੇ ਆ ਜਾਂਦੀ ਹੈ, ਕਿਸੇ ਦੀ ਜ਼ਿੰਮੇਵਾਰੀ ਜਦੋਂ ਬੱਚਿਆਂ ਦੇ ਮਾਂ-ਬਾਪ ਚੜ੍ਹਾਈ ਕਰ ਜਾਣ ਤੇ ਰਿਸ਼ਤੇਦਾਰਾਂ ਤੇ ਆ ਜਾਂਦੀ ਹੈ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਤੁਸੀਂ ਗੁਰੂ ਘਰ ਨਾਲ ਜੁੜੇ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਗੁਰੂ ਰਾਮਦਾਸ ਪਾਤਸ਼ਾਹ ਨੂੰ ਸਵਾਰਿਆ ਹੈ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਕਹਿੰਦੇ ਪੂਰੀ ਕਰਾਮਾਤ ਹੋਈ ਹੈ, ਕਿਉਂਕਿ ਗੁਰਮਤਿ ਵਿੱਚ ਕਰਾਮਾਤ ਨਾਨਕ ਸਾ ਕਰਮਾਤ ਸਾਹਿਬ ਟੁੱਟੈ ਜੋ ਮਿਲੇ। ਉਹ ਕਰਾਮਾਤ ਹੈ ਜਦੋਂ ਗੁਰੂ ਦੀਆਂ ਰਹਿਮਤਾਂ ਹੋ ਜਾਣ। ਤੇ ਸਤਿਗੁਰੂ ਮਹਾਰਾਜ ਜੀ ਤੇ ਕਿੱਡੀ ਵੱਡੀ ਕਿਰਪਾ ਹੋਈ ਜੀ। ਅਕਾਲ ਪੁਰਖ ਵਾਹਿਗੁਰੂ ਨੇ ਕਿੰਨੀ ਵੱਡੀ ਰਹਿਮਤ ਕੀਤੀ। ਇਤਿਹਾਸ ਪੜ੍ਹੀਏ, ਜਿਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਭਾਈ ਜੇਠੇ ਤੋਂ ਗੁਰੂ ਰਾਮਦਾਸ ਪਾਤਸ਼ਾਹ ਬਣਾਇਆ ਤੇ ਜਦੋਂ ਮਹਾਰਾਜ ਜੀ ਨੇ ਪਾਵਨ ਬਾਣੀ ਦਾ ਖਜ਼ਾਨਾ ਰੱਖਿਆ, ਬਾਬਾ ਸੁੰਦਰ ਜੀ ਦੀ ਪਾਵਨ ਬਾਣੀ ਸਦ ਬਾਣੀ ਅਸੀਂ ਪੜ੍ਹਦੇ ਹਾਂ। ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਤੇ ਆਖ ਦਿੱਤਾ ਅੱਜ ਤੋਂ ਤੁਸੀਂ ਗੁਰੂ ਰਾਮਦਾਸ ਪਾਤਸ਼ਾਹ ਹੋ। ਸਤਿਗੁਰ ਪ੍ਰਤੱਖ ਹੁੰਦਾ ਬੈਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਹੈ ਪੈਰੀ ਪਾਇਆ। ਤੇ ਅੱਜ ਗੁਰੂ ਰਾਮਦਾਸ ਪਾਤਸ਼ਾਹ ਦੇ ਅੱਖਾਂ ਦੇ ਵਿੱਚ ਨੇਤਰਾਂ ਦੇ ਵਿੱਚ ਨੀਰ ਵਹਿ ਤੁਰਿਆ। ਕਹਿ ਲੱਗੇ ਮਹਾਰਾਜ ਮੈਂ ਤੇ ਲਾਹੌਰ ਦੀਆਂ ਗਲੀਆਂ ਦੇ ਵਿੱਚ ਰੁਲਣ ਵਾਲਾ ਸੀ। सतगुरु कैसी करामात अकाल पुरख ने वर्ताई। अरंभता जीवन है हम रुलते फिरते कोई बात ना पूछता। अरंभता है लाहौर दियां गलियां दे विच रुलण वाली। ते फिर सिखरता किथे जी, करामात किथे हुई? बैठा सोढी पातशाह रामदास सतगुरु कहावे। आखो सतनाम श्री वाहिगुरू। सत श्री अकाल। धन गुरु रामदास पातशाह बन गए। जिस बच्चे नूं वेख के इतिहासकार लिखते ने मावां बूहे बंद कर लैंदियां सी कि ये माँ बाप ले गया, इहदे नाल कोई सांझ ना रखियो। एक करामात है प्यारिओ। अज उस गुरु रामदास पातशाह दे दर्शन करने आउण ते घंटियां बद्धी लैण लगदी है। एक करामात है। नानी आई बासर के दी धरती तो वेखिया तन ते कपड़े भी पाटे होए, शरीका ने संभालिया नहीं, ना चाचे अगे आए ना ताए आए। इहदे तन ते तां कपड़े भी पाटे होए, मैले कुचैले ने। इनू मैनू नाल लेके जाना पेगा क्योंकि इहदे तन ते कपड़े भी नहीं इनू ते इत्थे नसीब होने। एक करामात है अज उस गुरु रामदास पातशाह दे दर ते 2.5 3 लाख दे चंदोआ साहब ते रुमाला साहब चढ़दे ने। और प्यारिओ लैना लगियां हाथ जोड़ दे के साडी वारी कदों आएगी, साडी वारी कदों आएगी। ये करामात है। इस तो वड्डी करामात की होएगी कि जिन्हों कहा जाता सी, क्योंकि शरीक इस करके नहीं सी क्योंकि संसारिक तौर ते दुनियावी लोगों का जिहड़ा निगाह है वह धन पदार्थां ते हुंदी भी ये भी खप जाए, ये भी चलिया जावे ते असीं घर सांभ लवांगे। ते जदों तुरे ना ते नानी ने ताला लाया ते भाई जेठा वेखदा है। नानी सोचदी भी है, झूरदी भी है, किते कोई ऐसा दिन आएगा
क्योंकि संसारिक तौर पर असीं अपने घर तो जाइए 1 दिन 2 दिन 4 महीने 6 महीने बाद आस है कोई घरे आएगा तो ताला खुल जाएगा, पर अज तो ताला पक्का ही लग गया। मैं अपने पोते नूं ले चली हाँ, किसी नूं की पता सी कि धन गुरु रामदास पातशाह का उद्धार है, जिथे ताला नहीं सदीवी तौर पर गुरु रामदास पातशाह के दर ते रौनकां ही रहणगीਆਂ। ये करामात है भागां वाले। ਜਿਹੜੇ ਕਹਿੰਦੇ ਸੀ ਇਹਨਾਂ ਨੂੰ ਖਾਣ ਪੀਣ ਲਈ ਕੁਝ ਨਹੀਂ, ਨਾਨੀ ਨੇ ਵੇਖਿਆ ਪੋਤੇ ਨੂੰ ਖਾਣ ਲਈ ਵੀ ਕੁਝ ਨਹੀਂ ਮਿਲਦਾ, ਸ਼ਰੀਕ ਕੋਈ ਦੇ ਦਿੰਦਾ ਕੋਈ ਨਹੀਂ ਦਿੰਦਾ, ਇਹ ਭੁੱਖਾ ਹੈ। ਕਿੱਡੀ ਵੱਡੀ ਕਰਾਮਾਤ उस गुरु रामदास पातशाह के दर ते प्यारिओ, अज लखां दे हिसाब दे विच दुनिया लंगर छकदी है, इत्थे टोट नहीं आंदी। ओ गुरु रामदास पातशाह संसार दा दाता बन गया। यह है करामात। बाबा सत्ता जी ने यही बचन बख्शिश कहते पूरी हुई करामात। मालिक वाहिगुरू अकाल पुरख वाहिगुरू तुसी ये करामात वरता दिती कि जेड़ा लाहौर दियां गलियां विच कखां वांगू रुलण वाला सी, ਉਹਦੇ ਤੇ ਕਿਰਪा ਕੀਤੀ। ਜਿਹਦੇ ਘਰ ਨੂੰ ਦੱਬਣ ਨੂੰ ਫਿਰਦੇ ਸੀ, ਕਹਿੰਦੇ ਇਹਦਾ ਘਰ ਨਹੀਂ, ਅੱਜ ਉਸ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਵੀ ਸੋਨੇ ਦਾ ਬਣਿਆ ਹੋਇਆ ਹੈ। ਸਤਿ ਸ੍ਰੀ ਅਕਾਲ। ਔਰ ਧਿਆਨ ਰੱਖਣਾ, ਸੰਸਾਰਿਕ ਤੌਰ ਤੇ ਜਦੋਂ ਕੋਈ ਬਿਲਡਿੰਗਾਂ ਬਣਾਉਂਦੇ ਨੇ ਉਹਦੀ ਬੁਨਿਆਦ ਹੈ, ਆਖਦੇ ਨੇ 100 ਸਾਲੇ ਦੀ ਬੁਨਿਆਦ, 2 ਸਾਲੇ ਦੀ ਬੁਨਿਆਦ। दुनिया के कैसे आर्कीटैक्ट सन गुरु रामदास पातशाह कि सतगुरु महाराज जी का घर सदीवी तौर पर रहिंदी दुनिया तक रहना आ, एक करामात है। महाराज कह लगे पूरी हुई करामात। सतगुरु अकाल पुरख वाहिगुरू ने किरपा की, एक करामात हुई। आप सिरजनहारे धारिया ते गुरु साहब आपा आप अकाल पुरख ने तुहाडे हिरदे विच टिका दिता। गुर परमेश्वर एको जान वाली कला वरत गई, जिन्हां ना विसरै नाम सेक नेहिया, भेद न जानो मूल साईं जेहिया। सिखी अतै संगति पार ब्रह्म कर नमस्कारिया। सिखां ने अते संगतां ने अकाल पुरख वाहिगुरू जान करके गुरु रामदास पातशाह नूं नमस्कार कीती, क्योंकि गुरु अकाल पुरख वाहिगुरू दा रूप है। गुरु विच अकाल पुरख वाहिगुरू विच भेद नहीं। इस करके बाबा सत्ता जी आखदे हन कि हे अकाल पुरख वाहिगुरू ऐसी किरपा हुई कि सिखां अते संगतां आप जी दे चरना ते नमस्कार करदियां हन। अटल अथाहो अतोल तू तेरा अंत ना पारा वारिया। सतगुरु महाराज तुसी अटल हो। अटल दा भाव सदीवी कायम रहन वाला। महाराज तुसी जेड़ा हो सदीवी तौर ते रहन वाले हो। तुसी महाराज तुहाडा थां नहीं पाया जा सकदा, भाव तुहाडा अंत तुहाडी सोच बहुत उच्ची है। अटल अथा अतोल, अतोल जेड़ा तोलिया ना जा सके, जेड़ा जिहदे गुण जेड़े ने वो मिणे ना जा सकन। सतगुरु महाराज तुहाडा जेड़ा बिरद है अंत ना पारा वारिया, कोई भी ओदा उरला ते परला बन्ना नहीं। गुरु रामदास पातशाह महाराज कोले ना जी एक बार सिख आए, उन्हें आखिया महाराज बाणी पढ़दे आ, मन नहीं लगता, सतगुरु की करेगा करिए, छड़ दईए ना पढ़िया करिए। महाराज ने बड़ा पैरा उत्तर दिता, कहते की करते हो? कहते महाराज असी गवाले हाँ। सतगुरु कहते इंज करो ये काम छड़ दिओ। कहते नहीं महाराज किरत छड़ देवांगे किवें साडा सरेगा, इहदे बिना सरदा नहीं। सतगुरु कहते फिर ध्यान रखो, जिवें संसार दी किरत तो बिना नहीं सरदा वो करनी पैंदी है, इस तरह तुसी बाणी पढ़ो तो ये सोचो कि साडा बाणी पढ़े बिना भी नहीं सरेगा। गुण गोबिंद गायो नहीं जन्म अकारथ कीन, कहो नानक भज हर मना जे बिद जल को मीन। जिवें एक मच्छी पानी तो बिना नहीं रह सकती, मच्छी की प्रीत पानी नाल है, पानी तां मच्छी तो बिना रह जाएगा, पर जे मच्छी नूं आखो तू पानी छड़ दे कोई समझौता नहीं कर सकती। इसे तरह सिखा तेरे जीवन में भी होवे, मैं बाणी पढ़ांगा तो मैं जिउंदा रवांगा, नहीं मेरी आत्मक मौत हो जाएगी।
ਮਹਾਰਾਜ ਕਹਿ ਲਗੇ ਜਿਵੇਂ ਸੰਸਾਰਕ ਕਿਰਤ ਤੋਂ ਬਿਨਾ ਨਹੀਂ ਸਰਦਾ, ਇਸੇ ਤਰ੍ਹਾਂ ਇਹ ਮਨ ਵਿੱਚ ਘਰ ਕਰੋ ਵੀ ਬਾਣੀ ਪੜੇ ਬਿਨਾ ਵੀ ਸਾਡਾ ਨਹੀਂ ਸਰੇਗਾ। ਮਹਾਰਾਜ ਜੀ ਨੇ ਆਖਿਆ ਫਿਰ ਇੱਥੇ ਹੀ ਗੱਲ ਨਹੀਂ ਮੁੱਕਦੀ, ਆਪਣੇ ਮਨ ਵਿੱਚ ਬਾਣੀ ਪੜਨ ਲਈ ਪਿਆਰ ਪੈਦਾ ਕਰੋ। ਜਿਹੜੀ ਬਾਣੀ ਤੁਸੀਂ ਪੜ੍ਹਦੇ ਹੋ ਉਹਦੇ ਸ਼ਬਦ ਨੂੰ ਵਿਚਾਰੋ, ਤੇ ਜਿਵੇਂ ਜਿਵੇਂ ਬਾਣੀ ਪੜੋਗੇ, ਸ਼ਬਦ ਨੂੰ ਵਿਚਾਰੋਗੇ, ਹੌਲੀ ਹੌਲੀ ਇਹ ਜਿਹੜਾ ਹਾਥੀ ਮਨ ਹੈ ਇਹਨੂੰ ਬਦਲਣ ਲਈ ਯਤਨ ਕਰੋ। ਜਿਮ ਕਰਕੇ ਤੁਮ ਕਾਜ ਸੁਧਾਰੇ, ਤਿਆਗੋ ਕਬੂ ਨ ਲੱਗੈ ਪਿਆਰੇ। ਤਠਾ ਪ੍ਰੀਤ ਧਰੋ ਗੁਰਬਾਣੀ, ਪਠਨ ਸੁਨਨ ਕੀ ਚਹਿ ਰੁਚ ਠਾਨੀ। ਧਰਿਓ ਅਰਥ ਜੋ ਸ਼ਬਦ ਵਿਚਾਰਾ, ਸਹਿਜ ਸਹਿਜ ਉਰ ਕਰੋ ਵਿਚਾਰਾ। ਕਿਆ ਗੁਰ ਕਹੈ ਕਰੈ ਹਮ ਕਹਾ, ਸਹਿਜ ਸਹਿਜ ਮੂਰੋ ਮਨ ਮਾ। ਗੁਰੂ ਜੀ ਕੀ ਕਹਿੰਦੇ ਨੇ, ਮੈਂ ਕੀ ਕਰਦਾ ਹਾਂ, ਇਹ ਪੜਚੋਲ ਕਰਕੇ ਹੌਲੀ ਹੌਲੀ ਇਸ ਹਾਥੀ ਮਨ ਨੂੰ ਮੋੜਨ ਦਾ ਯਤਨ ਕਰੋ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਬਾਬਾ ਸੱਤਾ ਜੀ ਆਖਦੇ ਮਹਾਰਾਜ, ਜਿਨ੍ਹਾਂ ਨੇ ਤੁਹਾਨੂੰ ਭਾਵਨਾ ਨਾਲ ਸਿਮਰਿਆ, ਸਤਿਗੁਰੂ ਮਹਾਰਾਜ ਤੁਸੀਂ ਉਹਨਾਂ ਦਾ ਭਾਰ ਉਤਾਰਾ ਕਰ ਦਿੱਤਾ। ਲੱਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਾ ਪਰਵਾਰਿਆ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਗਏ, ਉਹਨਾਂ ਅੰਦਰੋਂ ਚਸਕਾ ਤੇ ਵਿਕਾਰ ਜਿਹੜੇ ਨੇ, ਹੋਰ ਜੋ ਵੀ ਐਬ ਨੇ, ਉਹ ਤੁਸੀਂ ਰਹਿਮਤਾਂ ਨਾਲ ਕੱਢ ਦਿੰਦੇ ਹੋ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈਸ ਕਾਰਿਆ। ਸਤਿਗੁਰੂ ਤੁਹਾਡਾ ਥਾਨ ਧਨ ਹੈ, ਡਿੱਠੇ ਸਭੇ ਥਾਮ ਨਹੀਂ ਤੁਧ ਜਿਹਿਆ। ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਤੇ ਮਹਾਰਾਜ ਤੁਹਾਡੇ ਦਰ ਤੇ ਜਿਹੜੇ ਸੇਵਾ ਕਰਦੇ ਨੇ ਸੰਗਤਾਂ ਹਨ, ਗੁਰੂ ਘਰ ਦੇ ਚੌਰ ਬਰਦਾਰ ਅਰਦਾਸੀਏ ਹਨ, ਗੁਰੂ ਘਰ ਦੇ ਕੀਰਤਨੀਏ ਹਨ, ਉਹ ਵੀ ਧਨਤਾ ਦੇ ਪਾਤਰ ਹਨ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਬਾਬਾ ਸੱਤਾ ਜੀ ਆਖਦੇ, ਹੇ ਗੁਰੂ ਰਾਮਦਾਸ ਪਾਤਸ਼ਾਹ, ਗੁਰੂ ਨਾਨਕ ਵੀ ਤੁਸੀਂ ਸੀ, ਬਾਬਾ ਲਹਿਣਾ ਵੀ ਤੁਸੀਂ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਗੁਰੂ ਅੰਗਦ ਸਾਹਿਬ ਪਾਤਸ਼ਾਹ ਬਣਾਇਆ ਗਿਆ, ਤੇ ਤੁਸੀਂ ਹੀ ਗੁਰੂ ਰਾਮਦਾਸ ਪਾਤਸ਼ਾਹ ਹੋ। ਗੁਰ ਡਿਠਾ ਤਾਂ ਮਨ ਸਾਧਾਰਿਆ। ਗੁਰੂ ਰਾਮਦਾਸ ਪਾਤਸ਼ਾਹ ਜਿਹੜਾ ਤੁਹਾਡੇ ਦਰਸ਼ਨ ਕਰ ਲਏ, ਉਹਨਾਂ ਦੇ ਮਨ ਨੂੰ ਤੁਸੀਂ ਟਿਕਾ ਦੇ ਦਿੰਦੇ ਹੋ। ਉਹਨਾਂ ਦੇ ਮਨ ਜਿਹੜੇ ਵਿਕਾਰਾਂ ਵਿੱਚ ਭਿੱਜੇ ਹੁੰਦੇ ਨੇ, ਜਦੋਂ ਤੁਹਾਡੇ ਚਰਨਾਂ ਨਾਲ ਜੁੜ ਜਾਣ, ਉਹਨਾਂ ਦੇ ਵਿਕਾਰ ਖਤਮ ਹੋ ਜਾਂਦੇ ਹਨ। ਸੋ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਨੂੰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਬਣੇ, ਕਰਾਮਾਤ ਵਾਪਰੀ। ਤੇ ਸਤਿਗੁਰੂ ਮਹਾਰਾਜ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ 1581 ਦੇ ਵਿੱਚ ਆਪਣੇ ਛੋਟੇ ਸੁਪੁੱਤਰ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇ ਕੇ ਸਤਿਗੁਰੂ ਜੀ ਜੋਤੀ ਜੋਤ ਸਮਾ ਗਏ। ਗੁਰੂ ਕਿਰਪਾ ਕਰੇ, ਜਿੰਨੀਆਂ ਵੀ ਸੰਗਤਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੀਆਂ ਨੇ, ਸਮੂਹ ਸੰਗਤਾਂ ਨੂੰ ਸਤਿਗੁਰੂ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਦੀਆਂ ਦਾਤਾਂ ਦੇ ਨਾਲ ਨਿਹਾਲ ਕਰਨ। ਪਾਵਨ ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋਈਆਂ ਖਿਮਾ ਕਰਨਾ। ਅੰਤ ਵਿੱਚ ਸਤਿਗੁਰੂ ਕਿਰਪਾ ਕਰਨ। ਸਮੂਹ ਸੰਗਤਾਂ ਦਾ ਧੰਨਵਾਦ, ਕੋਟਾਨ ਕੋਟ ਸ਼ੁਕਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀਆਂ ਰਹਿਮਤਾਂ ਸਦਕਾ ਪਾਵਨ ਅਸਥਾਨ ਤੇ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਸ਼ ਹੋਇਆ। ਆਓ ਅੰਤਲੀਆਂ ਪੰਕਤੀਆਂ ਨਾਲ ਆਪਾਂ ਸਮਾਪਤੀ ਕਰੀਏ ਜੀ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ